मेरे तो बहुत छोटे हैं। किन्ने? 51 2 है, ए 32 है। मोहब्बत एक ऐसा जज्बा है जो सिर्फ निगाहों से बयां होता है। मैं ट्रांसमैन हूँ, ये ट्रांस वूमेन है। ਇਹ ਦੋਵੇਂ ਇੱਕ ਦੂਜੇ ਦੇ ਨਾਲ ਮੁਹੱਬਤ ਕਰਦੇ ਆ। ਧਨੰਜੇ ਤੇ ਰੁਦਰ ਤੁਹਾਨੂੰ ਕਿਵੇਂ ਮਿਲੇ ਦੋਵਾਂ ਨੂੰ? ਸਾਡੀ ਬੇਟੀ ਛੋਟੀ ਉਹ ਇਹਦੀ ਧਨੰਜੇ ਦੀ ਕਲਾਸ ਫੈਲੋ ਸੀ ਕਿਸੇ ਵਕਤ, ਇਕੱਠੀਆਂ ਡਾਂਸ ਸਿੱਖਦੀਆਂ ਸੀ। ਫਿਰ ਉਹਨੇ ਕਿਹਾ ਵੀ ਇੱਕਦਮ ਨਾ ਭੇਖ ਮੰਗਣ ਜਾਣਾ, ਨਾ ਕਿਤੇ ਸਲਮ 'ਚ ਰਹਿਣਾ, ਤੂੰ ਮੈਂ ਮੰਮੀ ਪਾਪਾ ਨਾਲ ਗੱਲ ਕਰ, ਤੂੰ ਸਾਡੇ ਘਰ ਰਹਿਣਾ। ਤੁਹਾਡੇ ਦਿਮਾਗ 'ਚ ਇੱਕ ਵਾਰੀ ਵੀ ਇਹ ਗੱਲ ਨਹੀਂ ਆਈ ਕਿ ਜੀ ਅਸੀਂ ਜਦੋਂ ਅਡਾਪਟ ਕਰਾਂਗੇ ਧਨੰਜੇ ਨੂੰ ਤੇ ਲੋਕ ਕੀ ਕਹਿਣਗੇ, ਜਾਂ ਨਾਲ ਦੇ ਆਲੇ ਦੁਆਲੇ ਵਾਲੇ ਆਂਢੀ ਗੁਆਂਢੀ ਇਹ ਸਾਰੇ ਕੀ ਕਹਿਣਗੇ? ਸਾਨੂੰ ਦੁਨੀਆ ਦੀ ਕੋਈ ਪਰਵਾਹ ਨਹੀਂ, ਨਾ ਕਿਸੇ ਤੋਂ ਡਰੇ ਅੱਜ ਤੱਕ। ਉਹ ਕਹੇ ਸ਼ਾਇਰ ਨੇ ਕਿਹਾ ਕਿ ਕਸ਼ਤੀਆਂ ਸਾਰਿਆਂ ਦੀਆਂ ਕਿਨਾਰਿਆਂ ਤੇ ਲੱਗ ਹੀ ਜਾਂਦੀਆਂ ਨੇ। ਹੱਲੋ ਮਾਜਰਾ ਦੀਆਂ ਝੁੱਗੀ ਝੋਪੜੀਆਂ ਤੋਂ ਇੱਕ ਪਰਿਵਾਰ 'ਚ ਆ ਜਾਣਾ, ਇੱਕ ਪਰਿਵਾਰ ਦੇ ਨਾਲ ਉੱਠਣਾ ਬਹਿਣਾ, ਆਪਣੇ ਜਜ਼ਬਾਤ ਉਹਨਾਂ ਨਾਲ ਸਾਂਝੇ ਕਰਨੇ, ਉਹਨਾਂ ਦੇ ਜਜ਼ਬਾਤ ਆਪਣੇ ਤੱਕ ਲੈ ਕੇ ਆਣੇ, ਇਹ ਕੀ ਹੈ? ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਅਸੀਂ ਜਿਹੜੇ ਇਸਲਾਮ ਏਰੀਆ ਰਹਿ ਰਹੇ ਹਾਂ ਉਹ ਤਾਂ ਚਲੋ ਸਹਿ ਸਕਦੇ ਨੇ, ਲੇਕਿਨ ਜਿਹੜਾ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਜਾਂ ਮਤਲਬ ਰੇਪ ਹੋਇਆ, ਕਿਡਨੈਪਿੰਗ ਹੋਈ, ਮਾਰ ਪਿਟਾਈ, ਇਹ ਸਭ ਚੀਜ਼ਾਂ ਉਹ ਤਾਂ ਹੋਰ ਵੀ ਜ਼ਿਆਦਾ ਖਤਰਨਾਕ ਸੀਗੀਆਂ। ਜੇ ਤੁਹਾਡੀ ਪੜ੍ਹਾਈ ਤੁਸੀਂ ਕਿੰਨੀ ਕੀਤੀ ਹੈ? ਮੈਂ ਡਬਲ MA ਕੀਤੀ ਹੈ, ਮਾਸਟਰ ਇਨ ਸੋਸ਼ਲ ਵਰਕ, ਮਾਸਟਰ ਇਨ ਹਿਊਮਨ ਰਾਈਟਸ ਐਂਡ ਡਿਊਟੀਜ਼। ਤੁਸੀਂ ਡਬਲ MA ਕੀਤੀ ਹੈ ਤਾਂ ਵੀ ਤੁਹਾਨੂੰ ਹਰ ਵਾਰ ਆਪਣੇ ਆਪ ਨੂੰ ਸਾਬਤ ਕਰਨਾ ਪੈਂਦਾ। साहिल के तमाशाई हर डूबने वाले का मातम तो मनाते हैं, इमदाद नहीं करते। जबकि तुझ बिन नहीं कोई मौजूद, फिर ये हंगामा ऐ खुदा क्या है। जान तुम पर निसार करता हूँ, जान तुम पर निसार करता हूँ। ਜਾਂ ਤਾਂ ਤੈਰਨ ਦੇ ਤੇ ਜਾਂ ਵਹਿਣਾ ਸਿਖਾ ਦੇ, ਤੇਰੀ ਰਜ਼ਾ 'ਚ ਮੈਨੂੰ ਰਹਿਣਾ ਸਿਖਾ ਦੇ। ਸ਼ਿਕਵਾ ਨਹੀਂ ਆ ਤੇਰੇ ਨਾਲ ਕੋਈ ਰੱਬਾ, ਬਸ ਖਿੜੇ ਮੱਥੇ ਦਰਦਾਂ ਨੂੰ ਸਹਿਣਾ ਸਿਖਾ ਦੇ। ਮਿਸਾਲ ਕੀ ਹੁੰਦੀ ਹੈ? ਮਿਸਾਲ ਦਿਖਾਵਾਂਗੇ। ਧਨੰਜੇ ਤੇ ਧਨੰਜੇ ਦਾ ਪਰਿਵਾਰ, ਧਨੰਜੇ ਨੂੰ ਪਰਿਵਾਰ ਮਿਲਿਆ। ਇਹ ਉਹੀ ਧਨੰਜੇ ਹੈ ਜਿਸ ਨੇ ਅੱਜ ਤੋਂ ਕੁਝ ਸਮਾਂ ਪਹਿਲਾਂ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੀ ਜ਼ਿੰਦਗੀ ਜੋ ਸੀ ਬਸਰ ਕਰਨ ਦੀ ਸੋਚੀ ਸੀ। ਧਨੰਜੇ ਨੂੰ ਪਰਿਵਾਰ ਮਿਲਿਆ। ਦਲਬਾਰਾ ਸਿੰਘ ਨੇ, ਦਲਬਾਰਾ ਸਿੰਘ ਆਪਣੇ ਹਮਸਫਰ ਨੂੰ ਗੁਲਾਬੋ ਵੀ ਕਹਿੰਦੇ ਆ। ਤੇ ਦਲਬਾਰਾ ਸਿੰਘ ਜੀ, ਤੁਸੀਂ ਧਨੰਜੇ ਨੂੰ ਕੀ ਕਹਿੰਦੇ ਹੋ? ਧਨੰਜੇ ਨੂੰ ਬੱਚੂ, ਬੱਚੂ ਕਹਿਣਾ, ਛੋਟੀ ਬੱਚੂ। ਹਾਂ, ਜ਼ਿੰਦਗੀ ਦੇ ਵਿੱਚ ਬਦਲਾਅ ਆ ਗਿਆ। ਇੱਕ ਪਾਸੇ ਪੰਜਾਬ ਦੇ ਵਿੱਚ ਬਦਲਾਅ ਆ ਗਿਆ, ਇੱਕ ਪਾਸੇ ਤੁਹਾਡੀ ਜ਼ਿੰਦਗੀ 'ਚ ਬਦਲਾਅ ਆ ਗਿਆ। ਇਹ ਬਦਲਾਅ ਹੈ ਕੀ ਹੈ? सुनामी है पूरी दुनिया च नहीं, पूरे ब्रह्मांड च एक तरह के बदलाव दी सारे मतलब दुनिया बड़ी खुश है, क्योंकि पहली बारी इदां दा एक कारज होया जिहदे विच इन्हां ने बेखौफ बुलंदी नाल किसी दी परवाह ना करते हुए सानू अपनाया है। एंड अज तक दुनिया विच शायद मुगलों के दरबार तो जब तक सी 1857 तक असी दरबारां च रहिंदे सी, लेकिन अज दलबारा सिंह दे दरबार च रह रहे। ਸਮਾਜ ਸ਼ਾਇਦ ਚੀਜ਼ਾਂ ਨੂੰ ਅਪਣਾ ਨਹੀਂ ਪਾਉਂਦਾ, ਹਜਮ ਨਹੀਂ ਕਰ ਪਾਉਂਦਾ, ਡਾਈਜੈਸਟ ਨਹੀਂ ਕਰ ਪਾਉਂਦਾ। ਇਹ ਰੁਦਰ ਹੈ, ਇਹ ਧਨੰਜੇ ਹੈ। ਧਨੰਜੇ ਨੂੰ ਆਪਣੇ ਮਦਰ ਫਾਦਰ ਮਿਲ ਗਏ, ਮੰਮੀ ਡੈਡੀ ਮਿਲ ਗਏ। ਇਹ ਦੋਵੇਂ ਇੱਕ ਦੂਜੇ ਦੇ ਨਾਲ ਮੁਹੱਬਤ ਕਰਦੇ ਆ। ਇਹ ਵੀ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਜਿਹੜੀਆਂ ਹੈਗੀਆਂ ਨੇ, ਕਿਤੇ ਨਾ ਕਹਿ ਲਓ ਕਿ ਲੋਕ ਬਰਦਾਸ਼ਤ ਨਹੀਂ ਕਰ ਪਾਉਂਦੇ ਆ। ਤੁਸੀਂ ਦੋਵਾਂ ਬਾਰੇ ਆਪਣੇ ਬਾਰੇ ਦੱਸੋ। मेरा नाम रुद्र प्रताप सिंह है, मैं एक ट्रांसमैन हूँ। और ट्रांसमैन, अच्छा, ट्रांसजेंडर के अंदर एक अम्ब्रेला टर्म है जिसमें ट्रांसमैन, ट्रांस वुमेन, इंटरसेक्स और नॉन बाइनरी लोग आते हैं। तो मेरी LGBT नहीं, LGBT इज़ डिफरेंट। ट्रांसजेंडर एक आइडेंटिटी है, तो उसके अंदर जो ट्रांसमैन, ट्रांस वुमेन होते हैं, तो मैं ट्रांसमैन हूँ, ये ट्रांस वुमेन है। और जो मैं बिलोंग करता हूँ लखनऊ से करता हूँ, तो मेरी फैमिली वहीं है। मतलब अब तो फैमिली में एक्सेप्टेंस नहीं थी बेसिकली, तो वहाँ से थोड़ा अब अपने आप को तो पाना ही है,
क्योंकि पूरी लड़ाई अपने आप की ही होती है लाइफ में, हम लोग की लाइफ में। ਇੱਕ ਦੂਜੇ ਨੂੰ ਮਿਲੇ ਕਿਵੇਂ ਤੁਸੀਂ ਦੋਵੇਂ? मिले हम लोग फेसबुक के थ्रू थे, जब सारी दुनिया परेशान थी, कोरोना कोरोना हल्ला मचा हुआ था, तब हम लोग की मतलब फेसबुक के थ्रू मुलाकात हुई थी फर्स्टली। तो फिर वहाँ से थोड़ा बहुत जानना शुरू करा एक दूसरे को। मुलाकात तो हुई थी हम लोग की, जब हम मिलने आए थे उनको 14 जुलाई को मिलने आए थे, तो उस समय फेसबुक, व्हाट्सएप, वीडियो कॉल्स यही सब चलती थी। तो फिर मिले तो फिर थोड़ा मतलब आपस में नेचर मिला, काफ़ी सोच मिली, क्योंकि जब किसी के साथ रहना है तो सोच मिलना बहुत ज़रूरी होती है। तो ਦਲਬਾਰਾ ਸਿੰਘ ਜੀ, ਧਨੰਜੇ ਤੇ ਰੁਦਰ ਤੁਹਾਨੂੰ ਕਿਵੇਂ ਮਿਲੇ ਦੋਵਾਂ ਨੂੰ? ਕਿਵੇਂ ਮਿਲੇ? ਸਾਡੀ ਬੇਟੀ ਛੋਟੀ ਸਮੀਰਾ ਕੌਸਰ, ਤੁਸੀਂ ਸੁਣਿਆ ਹੋਣਾ ਹੈ, ਪ੍ਰਾਚੀਨ ਕਲਾ ਕੇਂਦਰ ਦੀ ਡਿਪਟੀ ਰਜਿਸਟਰਾਰ ਹੈ। ਉਹ ਇਹਦੀ ਧਨੰਜੇ ਦੀ ਕਲਾਸ ਫੈਲੋ ਸੀ। ਕਿਸੇ ਵਕਤ ਇਕੱਠੀਆਂ ਡਾਂਸ ਸਿੱਖਦੀਆਂ ਸੀ। ਬੜੀ ਦੇਰ ਬਾਅਦ ਇਹ ਤਾਂ ਛੱਡ ਗਈ, ਇਹ ਆਪਣੀ ਡਿਫਿਕਲਟੀਜ਼ ਪਈ ਰਹੀ, ਉਹ ਚਾਲੂ ਰਿਹਾ। ਉਹਨੇ ਅਲਟੀਮੇਟਲੀ ਉਹ ਉਸੇ ਇੰਸਟੀਚਿਊਟ ਦੀ ਰਜਿਸਟਰਾਰ ਹੈ, ਅੱਜ ਡਿਪਟੀ ਰਜਿਸਟਰਾਰ ਹੈ। ਇਹ ਕਿਤੇ ਮੀਟਿੰਗ 'ਚ ਇਕੱਠੀਆਂ ਹੋਈਆਂ, ਇੱਕ ਦੂਜੇ ਨੂੰ ਦੇਖਦੀਆਂ ਰਹੀਆਂ, ਚਾਹ ਵੀ ਠੰਡੀ ਹੋ ਗਈ ਪਈ ਹੋਈ, ਗੱਲ ਨਹੀਂ ਕੀਤੀ। ਉਲਟੀ ਜਦੋਂ ਇਹਨਾਂ ਨੇ ਸੋਚਿਆ, ਪੁੱਛਿਆ ਇੱਕ ਦੂਜੇ ਤੋਂ, ਪਹਿਚਾਣ ਗਏ ਵੀ ਉਹੀ ਹੈ। ਫਿਰ ਉਹਨੇ ਕਿਹਾ ਵੀ ਇੱਕਦਮ ਤੂੰ ਨਾ ਮੰਗਣ ਜਾਣਾ, ਨਾ ਭੀਖ ਮੰਗਣ ਜਾਣਾ, ਨਾ ਕਿਤੇ ਸਲਮ 'ਚ ਰਹਿਣਾ, ਤੂੰ ਮੈਂ ਮੰਮੀ ਪਾਪਾ ਨਾਲ ਗੱਲ ਕਰ, ਤੂੰ ਸਾਡੇ ਘਰ ਰਹਿਣਾ। ਤੁਹਾਡੇ ਦਿਮਾਗ 'ਚ ਇੱਕ ਵਾਰੀ ਵੀ ਇਹ ਗੱਲ ਨਹੀਂ ਆਈ ਕਿ ਜੀ ਅਸੀਂ ਜਦੋਂ ਅਡਾਪਟ ਕਰਾਂਗੇ ਧਨੰਜੇ ਨੂੰ ਤੇ ਲੋਕ ਕੀ ਕਹਿਣਗੇ, ਜਾਂ ਨਾਲ ਦੇ ਆਲੇ ਦੁਆਲੇ ਵਾਲੇ ਆਂਢੀ ਗੁਆਂਢੀ ਇਹ ਸਾਰੇ ਕੀ ਕਹਿਣਗੇ? ਤੁਹਾਡੇ ਯਾਰ ਦੋਸਤ ਵੀ ਨਾਲ ਹੀ ਬੈਠੇ ਆ। ਸਾਨੂੰ ਦੁਨੀਆ ਦੀ ਕੋਈ ਪਰਵਾਹ ਨਹੀਂ, ਨਾ ਕਿਸੇ ਤੋਂ ਡਰੇ ਅੱਜ ਤੱਕ। ਇਹਨਾਂ ਦੀ ਤਾਰੀਫ ਕਰਦੇ ਆ ਅਸੀਂ ਜੋ ਕਰਦੇ ਹਾਂ, ਲੋਕ ਸਮਝਦੇ ਇਹਨਾਂ ਨੇ ਠੀਕ ਹੀ ਕਰਿਆ ਹੋਣਾ ਹੈ, ਔਰ ਅਸੀਂ ਆਸ ਰੱਖਦੇ ਹਾਂ ਉਹ ਵੀ ਇਸੇ ਤਰੀਕੇ ਨਾਲ ਕਰਨ ਲੱਗ ਜਾਣਗੇ ਸਾਨੂੰ ਦੇਖ ਕੇ, ਕਿਉਂਕਿ ਸਾਨੂੰ ਦੇਖ ਕੇ ਬੜੀਆਂ ਚੀਜ਼ਾਂ ਉਹਨਾਂ ਨੇ ਸ਼ੁਰੂ ਕੀਤੀਆਂ ਨੇ ਪਹਿਲਾਂ ਵੀ, ਜੇ ਦਾਰੂ ਛੱਡੀ, ਹੋਰ ਚੀਜ਼ਾਂ, ਸੱਚ ਬੋਲਣਾ, ਕਿਸੇ ਨਾਲ ਧੋਖਾ ਨਹੀਂ ਕਰਨਾ, ਜੋ ਕਹਿਣਾ ਉਹੀ ਕਰਨਾ, ਜੋ ਸੋਚਣਾ ਉਹੀ ਕਹਿਣਾ, ਜੋ ਕਹਿਣਾ ਉਹੀ ਕਰਨਾ। ਇਸ ਕਰਕੇ ਹਰ ਇੱਕ ਬੰਦੇ ਨੂੰ ਵਿਸ਼ਵਾਸ ਹੈ ਇਸ ਗੱਲ 'ਤੇ। ਨਾ ਸਾਨੂੰ ਕਿਸੇ ਦਾ ਡਰ ਹੈ, ਨਾ ਭੈ, ਨਾ ਅਸੀਂ ਕਿਸੇ ਮੰਦਰ, ਨਾ ਗੁਰਦੁਆਰੇ, ਕਿਤੇ ਨਹੀਂ ਜਾਂਦੇ। ਅਸੀਂ ਬੰਦੇ 'ਚ ਹੀ ਪਰਮਾਤਮਾ ਦੇ ਦਰਸ਼ਨ ਕਰਦੇ ਹਾਂ। ਧਨੰਜੇ, ਇੱਕ ਚੀਜ਼ ਦੱਸੋ, ਸਮਾਜ ਦੇ ਵਿੱਚ ਤੁਹਾਨੂੰ ਲੈ ਕੇ ਇੱਕ ਅਲੱਗ ਨਜ਼ਰੀਆ ਵੀ ਹੈਗਾ, ਲੋਕ ਅਲੱਗ ਨਜ਼ਰਾਂ ਦੇ ਨਾਲ ਵੇਖਦੇ ਪਏ, ਲੇਕਿਨ ਪ੍ਰੋਗਰੈਸਿਵ ਸੋਚ ਦੇ ਮਾਲਕ ਵੀ ਹੈਗੇ ਲੋਕ ਜੋ ਹੁਣ ਚੀਜ਼ਾਂ ਨੂੰ ਬਦਲਣ ਦੀ ਸੋਚਦੇ ਪਏ ਆ, ਉਹ ਅਲੱਗ ਸੋਚ ਵੀ ਰੱਖਦੇ ਆ। ਜਦੋਂ ਜ਼ਿੰਦਗੀ ਦੇ ਵਿੱਚ ਇਹ ਪੜਾਅ ਆਇਆ, ਤੁਹਾਨੂੰ ਲੱਗਦਾ ਸੀਗਾ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਕਿਉਂਕਿ ਕਈ ਪਾਸੇ ਅਸੀਂ ਦੇਖਦੇ ਹਾਂ ਕਿ ਲੋਕ ਟਰਾਂਸਜੈਂਡਰ ਨੂੰ ਨੌਕਰੀਆਂ 'ਚੋਂ ਕੱਢ ਦਿੰਦੇ ਬਾਹਰ ਕਿ ਜਾਓ ਜੀ ਤੁਹਾਡੀ ਲੋੜ ਨਹੀਂ ਹੈਗੀ। ਤੁਹਾਨੂੰ ਲੱਗਦਾ ਕਿ ਇਹ ਜੋ ਬਦਲਾਅ ਆਇਆ ਜਾਂ ਇਹ ਜੋ ਪੜਾਅ ਆਇਆ ਤੁਹਾਡੀ ਜ਼ਿੰਦਗੀ ਦੇ ਵਿੱਚ, ਤੁਹਾਨੂੰ ਇੰਝ ਲੱਗਦਾ ਕਿ ਹਾਂ ਇਹ ਸਮਾਜ ਦੇ ਵਿੱਚ ਇੱਕ ਉਦਾਹਰਣ ਪੈਦਾ ਕਰੇਗਾ ਤੇ ਲੋਕ ਅੱਗੇ ਨੂੰ ਆਉਣਗੇ ਹੁਣ? ਬਿਲਕੁਲ, ਇਹ ਬਹੁਤ ਵੱਡਾ ਐਗਜ਼ਾਮਪਲ ਹੈ ਸਾਰੀ ਦੁਨੀਆ ਵਿੱਚ ਜੀ। ਤੇ ਉਹਨਾਂ ਦੇ ਉੱਪਰ ਵੀ ਇੱਕ ਤਮਾਚਾ ਹੈ ਜਿਹੜੇ ਨਫ਼ਰਤ ਕਰਦੇ, ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕਰਦੇ ਹੈ। ਅਸੀਂ ਵੱਖਰੇ ਹੋਣ ਦੇ ਨਾਲ ਨਾਲ ਕਹਿੰਦੇ ਡਿਫਰੈਂਟ ਇਜ਼ ਨਾਟ ਰੋਂਗ। ਸੋ ਅਸੀਂ ਅਲੱਗ ਹੁੰਦੇ ਹੋਏ ਵੀ ਅਲੱਗ ਤਰ੍ਹਾਂ ਦੀ ਸਾਡੇ ਅੰਦਰ ਕਾਬਲੀਅਤ ਹੈ। ਅਸੀਂ ਹਰ ਚੀਜ਼ ਕੰਮ ਕਰਦੇ। ਮੈਂ ਆਫਿਸ 'ਚ ਜੋਬ ਪੰਜਾਬ ਯੂਨੀਵਰਸਿਟੀ 'ਚ ਸਟੱਡੀ ਕਰਨ ਤੋਂ ਬਾਅਦ ਮੈਂ ਜੋਬ ਵੀ ਕੀਤੀ ਉੱਥੇ 6-7 ਮਹੀਨੇ। ਅਤੇ ਮੈਂ ਕਹਿ ਸਕਦੀ ਕਿ ਸਾਨੂੰ ਬਸ ਇੱਕ ਓਪਰਚੁਨਿਟੀ ਚਾਹੀਦੀ ਹੈ। ਜੇ ਇਕੁਅਲ ਓਪਰਚੁਨਿਟੀ ਮਿਲਦੀ ਹੈ, ਅਸੀਂ ਸਾਰਾ ਕੁਝ ਕਰਨ ਨੂੰ ਤਿਆਰ ਹੈ। ਅਸੀਂ ਸੈਨਾ 'ਚ ਵੀ ਦੇਸ਼ ਦੀ ਰੱਖਿਆ ਕਰਨ ਨੂੰ ਵੀ ਤਿਆਰ ਹੈ। ਸਾਡੇ ਅਲਾਉਦੀਨ ਖਿਲਜੀ ਦੇ ਬਾਰੇ ਤੁਸੀਂ ਸੁਣਿਆ ਹੋਣਾ, ਉਹਨਾਂ ਦੇ ਜਿਹੜੇ ਸੈਨਾਪਤੀ ਸੀ ਮਲਿਕ ਕਾਫੂਰ, ਉਹ ਸੈਨਾਪਤੀ ਸੀ। ਜਦੋਂ ਉਹ ਦਕਸ਼ਿਣ ਫਤਿਹ ਕਰਦੇ ਅਤੇ ਉਹ ਕੋਹਿਨੂਰ ਹੀਰਾ ਲੈ ਕੇ ਆਉਂਦੇ, ਔਰ ਕੋਹਿਨੂਰ ਹੀਰਾ ਜਿਹੜਾ ਹੈ ਤੁਹਾਨੂੰ ਪਤਾ ਹੈ ਸਾਰੀ ਦੁਨੀਆ ਵਿੱਚ ਜਗ੍ਹਾ ਜਗ੍ਹਾ ਥਾਂ ਉਹ ਰਾਜੇ ਮਹਾਰਾਜਿਆਂ ਕੋਲ ਰਹਿ ਕੇ ਗਿਆ। ਅਤੇ ਉਸ ਤੋਂ ਬਾਅਦ ਮਹਾਰਾਜ ਰਣਜੀਤ ਸਿੰਘ ਕੋਲ ਵੀ ਰਿਹਾ। ਉਸ ਤੋਂ ਬਾਅਦ ਇਹ ਹੁਣ ਮਹਾਰਾਣੀ ਵਿਕਟੋਰੀਆ ਜਿਹੜੀ ਉਹਨਾਂ ਦੀ ਜਿਹੜੀ ਐਲਿਜ਼ਾਬੈਥ ਉਹਨਾਂ ਦੀ ਕੁਈਨਸ ਹੈ, ਉਹਨਾਂ ਦੇ ਮੁਕਟ 'ਤੇ ਹੈਗੇ। ਸੋ ਹਰ ਜਗ੍ਹਾ ਅਸੀਂ ਥਾਂ 'ਚ ਕੰਮ ਕਰਨ ਦੇ ਕਾਬਲੀਅਤ ਰੱਖਦੇ। ਇਹਨਾਂ ਦੇ ਜਿਹੜਾ ਐਗਜ਼ਾਮਪਲ ਸੈੱਟ ਕੀਤਾ ਹੈ, ਉਹ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਸਾਰੇ ਲੋਕਾਂ ਨੂੰ ਕਰਨਾ ਚਾਹੀਦਾ। ਖਾਸ ਕਰਕੇ ਪੇਰੈਂਟਸ ਜਿਹੜੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਬਾਹਰ ਕੱਢਿਆ, ਉਹ ਵਾਪਸ ਲੈ ਕੇ ਜਾਣ ਆਪਣੇ ਬੱਚਿਆਂ ਨੂੰ ਅਤੇ ਨਾਲ ਰੱਖਣ ਔਰ ਘਰਾਂ 'ਚ ਰੱਖਣ। ਉਹਨਾਂ ਨੂੰ ਕੋਈ ਸ਼ਰਮਿੰਦਗੀ ਦੀ ਜ਼ਰੂਰਤ ਨਹੀਂ ਹੈ, ਸ਼ਰਮਿੰਦਾ ਹੋਣ ਦੀ ਜ਼ਰੂਰਤ ਨਹੀਂ। ਇਹ ਸ਼ਰਮਿੰਦਾ ਅਸੀਂ ਕਿਹੜੇ ਮਰਡਰ ਕਰਤੇ ਕਿਸੇ ਦਾ, ਅਸੀਂ ਕਿਹੜਾ ਕਿਸੇ ਦਾ ਰੇਪ ਕੀਤਾ। ਉਹ 14 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਵੀ ਉਹਨਾਂ ਨੂੰ ਘਰ ਵਿੱਚ ਬਾੜ ਲੈਂਦੇ ਆ। ਅਸੀਂ ਤਾਂ ਕੋਈ ਕਿਸੇ ਦਾ ਮਰਡਰ ਨਹੀਂ ਕੀਤਾ। ਤੁਸੀਂ ਦੁਨੀਆ ਦੀ ਕੋਈ ਵੀ ਅਖਬਾਰ ਪੜ੍ਹ ਲਓ, ਤੁਸੀਂ ਦੱਸ ਦਿਓ ਮੈਨੂੰ ਕਿ ਕਿਸੇ ਟਰਾਂਸਜੈਂਡਰ ਨੇ ਕਿਸੇ ਦਾ ਰੇਪ ਕੀਤਾ ਜਾਂ ਕੋਈ ਕਿਸੇ ਨੇ ਹੱਤਿਆ ਕੀਤੀ। ਸੋ ਇਹ ਜਿਹੜੀ ਚੀਜ਼ਾਂ ਹੈ, ਇਹ ਸਾਡੇ ਉੱਪਰ ਗਲਤ ਇਲਜ਼ਾਮ ਲਗਾਏ ਗਏ ਔਰ
ਮੈਂ ਬਹੁਤ ਜ਼ਿਆਦਾ ਫਖਰ ਕਰਦੀ ਹਾਂ, ਬਹੁਤ ਜ਼ਿਆਦਾ ਪ੍ਰਾਊਡ ਫੀਲ ਕਰਦੇ ਹਾਂ ਕਿ ਮੈਂ ਜਿਹੜੀ ਚਾਹਲ ਫੈਮਿਲੀ ਹੈ, ਇਹ ਸਿਰਫ ਦੋ ਨਹੀਂ, ਮੇਰੇ ਦੋ ਭੈਣਾਂ ਹੋਰ ਵੀ ਆ, ਉਹਨਾਂ ਦੀ ਪੂਰੀ ਫੈਮਿਲੀ ਸਾਡੇ ਨਾਲ ਬਹੁਤ ਜ਼ਿਆਦਾ ਉਹਨਾਂ ਨੂੰ ਪਿਆਰ ਹੈ, ਅਟੈਚਮੈਂਟ ਹੈ। ਸਮੀਰਾ ਦੀਦੀ ਦਾ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ। ਦੋ ਭੈਣਾਂ, ਉਹਨਾਂ ਦੀਆਂ ਦੋ ਬੇਟੀਆਂ, ਪਰ ਉਹ ਕਹਿੰਦੇ ਕਿ 3 ਬੇਟੀਆਂ ਸਾਡੀਆਂ ਹੋਰ ਹੈਗੀਆਂ, ਕੁੱਲ ਮਿਲਾ ਕੇ 5 ਬੇਟੀਆਂ। ਤੁਹਾਡੇ ਸੱਜਣ ਸੀਗੇ ਜਿਨ੍ਹਾਂ ਦੀ ਮੌਤ ਹੋ ਗਈ, ਉਹ ਪੂਰੇ ਕਪਲ ਦੀ ਮੌਤ ਹੋ ਗਈ। ਉਸ ਤੋਂ ਬਾਅਦ ਜਿਹੜੀਆਂ 3 ਕੁੜੀਆਂ ਸੀਗੀਆਂ, ਉਹਨਾਂ ਦੀ ਵਿਆਹ ਸ਼ਾਦੀ ਵੀ ਤੁਸੀਂ ਕਰਾਈ, ਉਹਨਾਂ ਦੀ ਪਰਵਰਿਸ਼ ਤੁਸੀਂ ਦੇਖੀ। ਉਹਨਾਂ ਦੀ ਤੀਸਰੀ ਕੁੜੀ ਦੀ ਬੇਟੀ ਦੀ ਕੱਲ ਨੂੰ ਸ਼ਗਨ ਹੈ, ਮੰਗਣੀ ਹੈ ਪਚਕੂਲੇ, ਉੱਥੇ ਇਹ ਵੀ ਜਾ ਰਹੇ ਨੇ। ਉਹਨਾਂ ਪੁੱਛਿਆ ਵੀ ਜੇ ਸਾਡਾ ਤਾਂ ਬਾਈ ਟਰਾਂਸਜੈਂਡਰ ਦਾ ਫੈਮਿਲੀ ਹੋ ਗਈ ਹੁਣ, ਕਿਤੇ ਤੁਹਾਨੂੰ ਤਾਂ ਨਹੀਂ ਕੋਈ ਸ਼ੱਕ? ਉਹ ਕਹਿੰਦੇ ਸਵਾਲ ਨਹੀਂ ਪਤਾ, ਅਸੀਂ ਬਾਹਰ ਖੜ ਕੇ ਤੁਹਾਨੂੰ ਰਿਸੀਵ ਕਰਾਂਗੇ। ਇਹਦਾ ਮਤਲਬ ਲੋਕ ਦੁਆ ਵੀ ਮੰਗਦੇ ਨੇ ਔਰ ਦਵਾ ਵੀ ਦੇਣ ਲੱਗੇ ਹੁਣ। ਹੱਲੋ ਮਾਜਰਾ ਦੀਆਂ ਝੁੱਗੀ ਝੋਪੜੀਆਂ ਤੋਂ ਇੱਕ ਪਰਿਵਾਰ 'ਚ ਆ ਜਾਣਾ, ਇੱਕ ਪਰਿਵਾਰ ਦੇ ਨਾਲ ਉੱਠਣਾ ਬਹਿਣਾ, ਆਪਣੇ ਜਜ਼ਬਾਤ ਉਹਨਾਂ ਨਾਲ ਸਾਂਝੇ ਕਰਨੇ, ਉਹਨਾਂ ਦੇ ਜਜ਼ਬਾਤ ਆਪਣੇ ਤੱਕ ਲੈ ਕੇ ਆਣੇ, ਇਹ ਕੀ ਹੈ? ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਅਸੀਂ ਬੜੀ ਬੁਰੀ ਜ਼ਿੰਦਗੀ ਜੀ ਰਹੇ ਸੀਗੇ ਪਹਿਲੇ, ਤੇ ਸਮੀਰਾ ਦੀਦੀ ਨੂੰ ਪਤਾ ਲੱਗਿਆ ਕਿ ਮੈਂ ਇਸਲਾਮ ਏਰੀਆ 'ਚ ਰਹਿ ਰਹੀ ਹਾਂ। ਉਸ ਤੋਂ ਬਾਅਦ ਉਹਨੂੰ ਫਿਰ ਬਾਅਦ 'ਚ ਪਤਾ ਲੱਗਿਆ ਕਿ ਮੈਂ ਵਧਾਈ 'ਚ ਵੀ ਜਾਣ ਲੱਗੇ ਹਾਂ, ਕਿਉਂਕਿ ਪੈਸਿਆਂ ਦੀ ਕਿੱਲਤ ਆ ਗਈ ਸੀਗੀ। ਤੇ ਉਹਨੇ ਕਿਹਾ ਤੂੰ ਇੱਥੇ ਛੱਡ ਸਾਰਾ ਕੁਝ, ਮੈਂ ਆਪਣੇ ਗੱਲ ਕਰਦੀ ਹਾਂ ਫਾਦਰ ਸਾਹਿਬ ਨਾਲ। ਤੇ ਉਹਨਾਂ ਨੇ ਫਾਦਰ ਸਾਹਿਬ ਨਾਲ ਗੱਲ ਕਰਨ ਤੋਂ ਪਹਿਲੇ ਮਮਤਾ ਦੀਦੀ ਨਾਲ ਗੱਲ ਕੀਤੀ ਅਮਰੀਕਾ, ਤੇ ਦੋਨੋਂ ਭੈਣਾਂ ਨੇ ਮਿਲ ਕੇ ਫਿਰ ਪਾਪਾ ਨਾਲ ਗੱਲ ਕੀਤੀ ਐਂਡ ਸਾਡੀ ਮੀਟਿੰਗ ਹੋਈ। ਇਹਨਾਂ ਨੇ ਬਹੁਤ ਹੀ ਵੈਲਕਮ ਕੀਤਾ ਸਾਡਾ, ਦੋਨਾਂ ਦਾ, ਰੁਦਰ ਦਾ ਤੇ ਮੇਰਾ ਦਾ। ਤੇ ਉਹ ਵਾਲੀ ਜਿਹੜੀ ਲਾਈਫ ਹੈ ਉਹ ਤਾਂ ਚਲੋ ਇੱਕ ਅਸੀਂ ਜਿਹੜੇ ਇਸਲਾਮ ਏਰੀਆ ਰਹਿ ਰਹੇ ਹਾਂ ਉਹ ਤਾਂ ਚਲੋ ਸਹਿ ਸਕਦੇ ਹਾਂ, ਲੇਕਿਨ ਜਿਹੜਾ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਜਾਂ ਮਤਲਬ ਰੇਪ ਹੋਇਆ, ਕਿਡਨੈਪਿੰਗ ਹੋਈ, ਮਾਰ ਪਿਟਾਈ, ਇਹ ਸਭ ਚੀਜ਼ਾਂ ਉਹ ਤਾਂ ਹੋਰ ਵੀ ਜ਼ਿਆਦਾ ਖਤਰਨਾਕ ਸੀਗੀਆਂ। ਜੇ ਤੁਹਾਡੀ ਪੜ੍ਹਾਈ ਤੁਸੀਂ ਕਿੰਨੀ ਕੀਤੀ ਹੈ? ਮੈਂ ਡਬਲ MA ਕੀਤੀ ਹੈ, ਮਾਸਟਰ ਇਨ ਸੋਸ਼ਲ ਵਰਕ, ਮਾਸਟਰ ਇਨ ਹਿਊਮਨ ਰਾਈਟਸ ਐਂਡ ਡਿਊਟੀਜ਼। ਤੁਸੀਂ ਡਬਲ MA ਕੀਤੀ ਹੈ ਤਾਂ ਵੀ ਤੁਹਾਨੂੰ ਹਰ ਵਾਰ ਆਪਣੇ ਆਪ ਨੂੰ ਸਾਬਤ ਕਰਨਾ ਪੈਂਦਾ, ਤੇ ਸਾਬਤ ਵੀ ਉਹਨਾਂ ਨੂੰ ਕਰਨਾ ਪੈਂਦਾ ਜਿਹੜੇ ਪੜ੍ਹੇ ਲਿਖੇ ਨੇ। ਸਾਬਤ ਤਾਂ ਸਾਰੀ ਦੁਨੀਆ ਨੂੰ, ਪਤਾ ਨਹੀਂ ਕਿਉਂ ਟਰਾਂਸਜੈਂਡਰ ਨੂੰ ਜ਼ਿਆਦਾ ਸਾਬਿਤ ਕਰਨਾ ਪੈਂਦਾ ਆਪਣੀ ਆਇਡੈਂਟੀਟੀ ਦਾ। ਲੋਕ ਹਰ ਤਰ੍ਹਾਂ ਦੇ ਇੱਕ ਟੈਬੂ ਬਣਿਆ ਦੁਨੀਆ ਵਿੱਚ ਕਿ ਇਹ ਲੋਕ ਕੁਝ ਨਹੀਂ ਕਰ ਸਕਦੇ, ਤੇ ਸਾਨੂੰ ਹੀ ਕਿਉਂ ਸਾਬਿਤ, ਅਸੀਂ ਸਾਡਾ ਜਿਹੜਾ ਪੈਰਾਮੀਟਰ ਹੈ ਉਹ ਸਮਾਜ ਖੁਦ ਆਪਣੇ ਆਪ ਬਣਾ ਲੈਂਦਾ ਹੈ, ਤੇ ਸਾਨੂੰ ਸਾਬਿਤ ਕਰਨਾ ਪੈਂਦਾ। ਜਿਸ ਤਰ੍ਹਾਂ ਮੈਂ ਪੰਜਾਬ ਯੂਨੀਵਰਸਿਟੀ 'ਚ ਮੇਰੇ ਐਡਮਿਸ਼ਨ ਹੋਈ ਤੇ ਸਾਰੇ ਲੋਕ ਮੈਨੂੰ ਪੁੱਛਦੇ ਸੀ ਮਤਲਬ ਕਿੰਨੇ परसेंटेज आए मार्क्स तेरे, फर्स्ट डिवीज़न आए क्या है, बिकॉज आई वॉज टॉपर ऑफ द यूनिवर्सिटी इन 1993। तो पंजाब यूनिवर्सिटी में टॉप किया, BA ऑनर्स किया। उसके बाद मैं डिप्लोमा भी किया रशियन लैंग्वेज से भी, फ्रेंच लैंग्वेज पे, कंप्यूटर साइंस भी। और ਜਿਹੜਾ ਪੈਰਾਮੀਟਰ ਹੈ ਉਹ ਸਾਰਿਆਂ ਵਾਸਤੇ, ਵੈਸੇ ਜਿਹੜੇ ਜਿਨ੍ਹਾਂ ਦੇ ਬੱਚੇ ਮਾਂ-ਬਾਪ ਨਾਲ ਰਹਿ ਰਹੇ ਹਨ ਉਹਨਾਂ ਦੇ ਬੱਚੇ ਅਗਰ 99% ਲੈ ਕੇ ਵੀ ਆਉਂਦੇ ਤਾਂ ਸਹੀ ਗੱਲ ਹੈ, ਬਟ ਸਾਡੇ ਅੱਗੇ ਉਹ ਕੋਈ ਜ਼ਿਆਦਾ ਮਾਇਨੇ ਨਹੀਂ ਰੱਖਦੇ, ਕਿਉਂਕਿ ਅਸੀਂ ਸਟਰਗਲ ਕਰਕੇ ਅਗਰ 60% 70% ਲੈ ਕੇ ਵੀ ਆਉਂਦੇ ਤਾਂ ਵੀ ਸਾਨੂੰ ਕਿਹੜਾ ਕੋਈ ਮਾਂ-ਬਾਪ ਰਾਤ ਨੂੰ ਉੱਠ ਕੇ ਚਾਹ ਪਿਲਾ ਰਿਹਾ ਜਾਂ ਦੁੱਧ ਦਿੰਦਾ ਜਾਂ ਸਾਨੂੰ ਕੋਈ ਖਾਣਾ ਖਿਲਾ ਰਿਹਾ। ਸਾਨੂੰ ਕਿਹੜਾ ਪੁੱਛਦੇ ਬਈ ਪੁੱਤ ਉੱਠ ਜਾ, ਸਵੇਰੇ 4 ਵੱਜ ਗਏ, ਪੜ੍ਹ ਲੈ, ਲਿਖ ਲੈ, ਤੇਰਾ ਐਗਜ਼ਾਮ ਹੈ ਕੱਲ੍ਹ ਨੂੰ। ਸੋ ਇਹ ਸਾਰੀ ਚੀਜ਼ਾਂ ਫਿਰ ਵੀ ਅਸੀਂ ਸਟਰਗਲ ਕਰਕੇ ਜਿਸ ਤਰ੍ਹਾਂ ਵੀ ਜੋ ਵੀ ਕੀਤਾ, ਐਂਡ ਅਸੀਂ ਫਸਟ ਡਿਵੀਜ਼ਨ 'ਚ ਪਾਸ ਹੁੰਦੇ ਰਹੇ। ਐਂਡ ਮੈਨੂੰ ਬੜੀ ਖੁਸ਼ੀ ਹੈ ਕਿ ਅੱਗੇ ਵੀ ਅਸੀਂ ਹੋਰ ਵੀ, ਮੇਰਾ ਇੱਕ ਸੁਪਨਾ ਹੈ ਕਿ ਸਾਰੇ, ਮੈਂ ਤਾਂ ਆਪਣੀ ਜ਼ਿੰਦਗੀ ਜਿਸ ਤਰ੍ਹਾਂ ਵੀ ਕੱਢ ਦਿੱਤੀ, 50 ਸਾਲ ਦੀ ਹੋ ਗਈ ਮੈਂ, ਤੇ ਮੈਂ ਸੋਚਦੀ ਜਿਹੜੇ ਬੱਚੇ ਸਕੂਲਾਂ 'ਚ ਪੜ੍ਹਦੇ ਆ ਟਰਾਂਸਜੈਂਡਰ ਬੱਚੇ, ਉਹਨਾਂ ਨੂੰ ਡਰੋਪ ਆਊਟ ਨਾ ਕਰਨਾ ਪਏ, ਉਹਨਾਂ ਨੂੰ ਮਾਂ-ਬਾਪ ਬਾਹਰ ਨਾ ਕੱਢਣ, ਉਹਨਾਂ ਨੂੰ ਘਰ 'ਚ ਰੱਖਣ। ਜਿਸ ਤਰ੍ਹਾਂ ਦੀ ਵੀ ਜੋ ਵੀ ਹੈ ਉਹ ਆਪਣੇ, ਚਾਹੇ ਪੈਂਟ ਸ਼ਰਟ 'ਚ ਰਹਿਣ, ਚਾਹੇ ਉਹ ਸਾੜੀਆਂ 'ਚ ਰਹਿਣ, ਚਾਹੇ ਉਹ ਸੂਟ 'ਚ ਰਹਿਣ। ਕੱਪੜਿਆਂ ਦਾ ਕੋਈ ਜੈਂਡਰ ਥੋੜ੍ਹੀ ਹੁੰਦਾ, ਕੱਪੜੇ ਦਾ ਕੱਪੜੇ। ਫੀਮੇਲ ਪੈਂਟ ਸ਼ਰਟ ਪਾਉਂਦੀ ਆ ਤਾਂ ਉਹਨਾਂ ਨੂੰ ਪੁੱਤ ਵਰਗਾ ਕਹਿੰਦੇ ਵੀ ਬੰਦਾ। ਅੱਜ ਕੱਲ੍ਹ ਪੰਜਾਬ 'ਚ ਕਹਿੰਦੇ ਕਿ ਬੰਦਾ ਬਣ ਜਾਓ, ਕੋਈ ਇਹ ਤਾਂ ਨਹੀਂ ਕਹਿੰਦਾ ਬੰਦੀ ਬਣ ਜਾਓ। ਅਸੀਂ ਇਨਫੀਰੀਅਰ ਮੰਨਿਆ ਜਾਂਦਾ ਵੀ ਸਮਾਜ ਵਿੱਚ ਕਿ ਜਿਹੜੇ ਇਨਸਾਨ ਹੈ ਉਹਨਾਂ ਤੋਂ ਤੁਸੀਂ ਇਨਫੀਰੀਅਰ ਹੋ। ਬੰਦਾ ਬੁੰਦਾ ਤੇ ਬਾਅਦ 'ਚ ਪੜੋ, ਪਹਿਲੇ ਇਨਸਾਨ ਬਣ ਜਾਓ। ਦਿਲਵਾਰਾ ਸਿੰਘ ਜੀ, ਇੱਕ ਚੀਜ਼ ਦੱਸੋ, ਤੁਹਾਡੀ ਸੋਚ ਵੀ ਜਵਾਨ, ਤੁਸੀਂ ਉਂਝ ਵੀ ਜਵਾਨ, ਜਵਾਨੀ ਦਾ ਰਾਜ ਹੈ ਜੀ। ਮੈਂ ਕਿਹਾ ਤੁਹਾਡੀ ਸੋਚ ਵੀ ਜਵਾਨ, ਜੋ ਤੁਸੀਂ ਕਦਮ ਲਿੱਤਾ। ਇਹ ਜਿਹੜੀ ਇੰਟਰਵਿਊ ਤੁਸੀਂ ਹੁਣ ਕੀਤੀ ਹੈ ਉਹ ਧਨੰਜੇ ਦੇ ਵੀ ਜ਼ਿਕਰ, ਇਹ ਤੋਂ ਮੈਂ ਸਮਾਜ ਦੀ ਤਸਵੀਰ ਤੁਹਾਨੂੰ ਇੱਕ ਸ਼ੇਰ 'ਚ ਦੱਸਦਾ। ਅੱਜ ਸਮਾਜ ਕਿੱਥੇ ਖੜਾ ਹੈ। साहिल के तमाशाई हर डूबने वाले का मातम तो मनाते हैं, इमदाद नहीं करते।
ਇਹ ਸਾਰੇ ਉਹਦੀ ਹੈ। ਔਰ ਅਸੀਂ ਜਿਹੜੇ ਅੱਜ ਚੱਲੇ ਆ ਕੱਲੇ ਮੰਜ਼ਿਲੇ ਮਕਸੂਦ ਵੱਲ, ਇਹ ਸੋਚ ਕੇ ਕਿ ਕਾਫਲੇ ਮਿਲਣਗੇ, ਕਾਰਵਾਂ ਵਧੇਗਾ, ਇਹ ਆਸ ਰੱਖਦੇ ਸਮਾਜ ਤੋਂ। ਇਹ ਪੁਰਾਣੀ ਸੋਚ ਛੱਡੋ, ਮੂਰਖਤਾ ਤਿਆਗੋ। ਔਰ ਇਹ ਤੁਹਾਡੇ ਬੱਚੇ ਨੇ, ਇਹਨਾਂ 'ਚ ਜੇ ਕੋਈ ਬਾਇਓਲੋਜੀਕਲ ਚੇਂਜ ਹੈ ਉਹਦੇ ਜ਼ਿੰਮੇਵਾਰ ਅਸੀਂ ਆ। ਜਿਸ ਪੇਟ 'ਚੋਂ ਪੈਦਾ ਹੋਇਆ ਉਹ ਪੇਟ ਜ਼ਿੰਮੇਵਾਰ ਹੈ, ਇਹਨਾਂ ਦਾ ਕੋਈ ਕਸੂਰ ਨਹੀਂ ਹੈ। ਇਹਨਾਂ ਦੇ ਕਿਉਂ ਥੱਪਦੇ ਹੋ? ਇਹਨਾਂ ਤੋਂ ਮਾਫੀ ਵੀ ਮੰਗੋ, ਇਹਨਾਂ ਨੂੰ ਅਪਣਾਓ। ਔਰ ਮੈਂ ਲਿਸਟ ਵੀ ਬਣਾ ਰਿਹਾ, ਜਿੰਨੇ ਵੀ ਟਰਾਂਸਜੈਂਡਰ ਮਿਲਦੇ ਨੇ ਉਹਨਾਂ ਦੇ ਪੇਰੈਂਟਸ ਦੀ, ਉਹਨਾਂ ਨੂੰ ਕੰਟੈਕਟ ਕਰਾਂਗਾ, ਕੋਸ਼ਿਸ਼ ਕਰਾਂਗਾ ਕਿ ਉਹ ਮੁੜ ਕੇ ਅਪਣਾ ਲੈਣ। ਕਿਉਂਕਿ ਜਦ ਤੱਕ ਤੁਸੀਂ ਆਪ ਗੁੜ ਖਾਣਾ ਨਹੀਂ ਛੱਡਦੇ, ਉਦੋਂ ਤੱਕ ਕੋਈ ਗੁੜ ਖਾਣਾ ਛੱਡਦਾ ਨਹੀਂ ਤੁਹਾਡੇ ਕਹਿਣ ਤੇ। ਅਸੀਂ ਇਹ ਇੱਕ ਕਿਸਮ ਦੀ ਕੋਸ਼ਿਸ਼ ਕੀਤੀ ਹੈ ਵੀ ਮਿਸਾਲ ਹੋਵੇ ਲੋਕਾਂ ਲਈ, ਅਗਲੇ ਕਹਿਣ ਵੀ ਤੂੰ ਕੀ ਕੀਤਾ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਇਹਨੇ ਕੀ ਕੀਤਾ। ਇਸ ਕਰਕੇ ਲੋਕੀ ਫੋਲੋ ਕਰਨ, ਆਸ ਰੱਖਦੇ ਆ। ਇਸ ਆਸ ਨਾਲ ਅਸੀਂ ਅੱਗੇ ਤੁਰੇ ਕਿ ਕਾਫਲਾ ਮਿਲੇਗਾ ਔਰ ਕਾਰਵਾਂ बढ़ेगा। ਲੋਕੀ ਦੁਆਵਾਂ ਮੰਗਦੇ ਆ, ਲੋਕੀ ਦਰਗਾਹਾਂ ਤੇ ਜਾਂਦੇ ਆ, ਲੋਕੀ ਗੁਰਦੁਆਰਿਆਂ 'ਚ ਜਾ ਕੇ ਮੱਥੇ ਟੇਕਦੇ, ਲੋਕੀ ਚੱਦਰਾਂ ਚੜਾਉਂਦੇ, ਚਿਰਾਗ ਕਰਦੇ ਆ, ਲੋਕੀ ਕਹਿੰਦੇ ਸਾਡੇ ਘਰੇ ਮੁੰਡਾ ਹੋਵੇ। ਤੁਹਾਡੀ ਗੱਲ ਇਹ, ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ। ਲੋਕੀ ਜਦੋਂ ਮੱਥਾ ਟੇਕਣ ਇਸ ਕਰਕੇ ਨਹੀਂ ਜਾਂਦੇ ਵੀ ਸਾਡੇ ਮੁੰਡਾ ਹੋਵੇ, ਤਾਂ ਜ਼ਰੂਰ ਕਹਿੰਦੇ ਹੋਣ, ਪਰ ਇਹ ਵੀ ਦੁਆ ਕਰਦੇ ਨੇ ਵੀ ਹੇ ਬਾਬਾ, ਹੇ ਵਾਹਿਗੁਰੂ, ਮੇਰੇ ਪੜੋਸੀ ਦੀ ਕੱਖ ਖਤਮ ਕਰ ਦੇ। ਮੈਂ ਚਾਹੇ ਠੀਕ ਹੋਵਾਂ ਚਾਹੇ ਨਾ ਹੋਵਾਂ, पड़ोसी, मैं तेरे दुख सुख से दुखी नहीं, मैं मेरे दुख से दुखी नहीं, तेरे सुख से दुखी हूँ। तू क्यों हसदा है? इस गल ते दुखी ने। उत्थे भी जाके यही दुआ करते हैं भी ये पड़ोसी दे घर हसना बंद कर दे किसी तरीके नाल, बाबा मेरा जो मर्जी हुंदा रहे। ये चेंज लैके असी चेंज की होप लैके उम्मीद लैके चले हैं, ताकि लोगों को समझ आऊ थोड़ी बहुत, अपनी खुशी च खुश, तेरी खुशी च भी खुश होने लगे। लोग इन्हों तो दुआ मंगते हैं, इन्हों दवा नहीं देंगे, दवाई जिन्हों कहते हैं, इन्हों के दुख की दवाई तो है, इन्हों अपनाओ दुआ। ਜਦੋਂ ਤੁਹਾਡੇ ਕੋਲ ਲੋਕ ਪੁੱਛਦੇ ਤੁਸੀਂ ਜਵਾਨ ਕਿਵੇਂ, ਤੁਸੀਂ ਇੱਕ ਜਵਾਬ ਦਿੱਤਾ ਸੀ ਮੈਨੂੰ, ਜਦੋਂ ਕਹਿੰਦੇ ਜਵਾਨ ਕਿਉਂ, ਤੁਸੀਂ ਦੋਵੇਂ ਜਵਾਨ ਕਿਉਂ, ਤੁਸੀਂ ਇੱਕ ਜਵਾਬ ਦਿੱਤਾ ਸੀ ਮੈਨੂੰ ਅੰਦਰ। ਉਹ ਜਵਾਬ ਇਹ ਹੈ ਵੀ ਮੈਂ ਕਿਹਾ ਵੀ ਗੁੱਸਾ ਨਾ ਕਰੋ, ਉਹਨਾਂ ਨੂੰ ਕਹੀਦਾ ਵੀ ਗੁੱਸਾ ਨਾ ਕਰਿਓ, ਸਾਡੀ ਲੰਬੀ ਉਮਰ ਦਾ 94+ ਉਮਰ ਹੈ ਸਾਡੀ, ਔਰ ਖੁਸ਼ੀ ਦਾ ਕਾਰਨ ਕੀ ਹੈ? ਮੈਂ ਕਿਹਾ ਕਾਰਨ ਇੱਕ ਹੈ ਕਿ ਸਾਡੇ ਮੁੰਡਾ ਨਹੀਂ ਹੈ ਕੋਈ। ਬੜੀ ਵੱਡੀ ਗੱਲ ਕਹਿ ਰਹੇ ਹੋ ਤੁਸੀਂ, ਹਾਂ, ਸਾਡੇ ਮੁੰਡਾ ਨਹੀਂ ਹੈਗਾ। ਹਾਂ, ਸਾਡੇ ਕੋਈ ਬੇਟਾ ਨਹੀਂ ਹੈ। ਜੇ ਬੇਟਾ ਹੁੰਦਾ ਤਾਂ ਆ ਗੱਲ ਸਾਤੋਂ ਪੁੱਛਣ ਦਾ ਵੀ ਮੌਕਾ ਨਾ ਮਿਲਦਾ ਤੁਹਾਨੂੰ, ਸਾਨੂੰ ਕਹਿਣ ਦਾ ਵੀ ਮੌਕਾ ਨਾ ਮਿਲਦਾ। ਇਸ ਕਰਕੇ ਕੋਸ਼ਿਸ਼ ਮੁੰਡਿਆਂ ਨੂੰ ਵੀ ਇਹ ਕਹੀਦਾ, ਮੁੰਡਿਆਂ ਦਾ ਵੀ ਕਸੂਰ ਨਹੀਂ ਹੈ। ਮੁੰਡਿਆਂ ਦੀਆਂ ਗਾਹਾਂ ਮਾਵਾਂ ਨੇ ਜਿਹੜੀਆਂ ਸੱਸਾਂ ਔਰ ਨੂੰਹਾਂ, ਉਹਨਾਂ ਨੇ ਘਰ 'ਚ ਕਲੇਸ਼ ਪਾ ਕੇ ਨਰਕ ਬਣਾ ਰੱਖੇ ਨੇ ਘਰ। ਕੱਲੇ ਕੱਲੇ ਪਿੰਡਾਂ 'ਚ ਜਾ ਕੇ ਦੇਖੋ, ਸਾਰਾ ਪਿੰਡ ਨਰਕ ਬਣਿਆ ਹੋਇਆ। ਸ਼ਾਮ ਨੂੰ ਇੱਥੋਂ ਦੀ ਮਾਤਾਵਾਂ ਲੰਘਦੀਆਂ ਨੇ 4-5 ਮੰਦਿਰ 'ਚ ਦੁਆ ਕਰਕੇ, ਪਤਾ ਨਹੀਂ ਇਹ ਕਰਕੇ ਦੁਆਈਆਂ ਨੇ, ਮੇਰੀ ਨੂੰਹ ਦੀ ਢੰਗ ਤੋੜ ਦੇ, ਮੇਰੀ ਨੂੰਹ ਦੀ ਜ਼ਬਾਨ ਬੰਦ ਕਰ ਦੇ। ਇੱਥੇ ਖੜ੍ਹ ਕੇ ਫਿਰ ਡਿਸਕਸ ਕਰਦੀਆਂ ਨੇ, ਐਂ ਗੱਲਾਂ ਕਰਦੀਆਂ ਨੇ। ਮੈਂ ਵਿੱਚ ਚਲਾ ਜਾਂਦਾ, ਮੈਂ ਕਿਹਾ ਸੱਸ ਨੂੰਹ ਦੀਆਂ ਗੱਲਾਂ ਕਰਦੇ ਵੀ ਭਾਈ, ਕਹਿੰਦੀ ਭਾਈ ਤੁਹਾਨੂੰ ਤਾਂ ਪਤਾ ਹੀ ਹੈ ਹੁਣ ਕੀ ਗੱਲਾਂ ਕਰੀਏ। ਮੈਂ ਕਿਹਾ ਸ਼ਰਮ ਕਰੋ, ਉਹਨੂੰ ਧੀ ਸਮਝੋ। ਉਹਨਾਂ ਨੂੰ ਕਹਿੰਦੀ ਉਹਨਾਂ ਨੂੰ ਵੀ ਕਹੋ ਸਾਨੂੰ ਮਾਂ ਸਮਝੋ, ਉਹਨਾਂ ਨੂੰ ਵੀ ਕਹਾਂਗੇ। ਇਹ ਵੀ ਮੈਂ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਪਿੰਡਾਂ 'ਚ। ਸਾਡੇ ਪਿੰਡ 'ਚ ਪਹਿਲਾਂ ਮੈਂ ਕਰਤਾ ਹੈ, ਆਪਣੇ ਘਰ ਤੋਂ ਸ਼ੁਰੂ ਕੀਤਾ ਸੀ। ਔਰ ਨੂੰਹਾਂ ਸੱਸਾਂ ਐ ਮਾਵਾਂ ਧੀਆਂ ਵਾਂਗੂ ਡੀਲ ਕਰਦੀਆਂ ਨੇ, ਔਰ ਦਿਓਰਾਣੀਆਂ ਜਠਾਣੀਆਂ ਔਰ ਭਰਜਾਈਆਂ ਨਣਦਾਂ ਸਭ ਭੈਣਾਂ ਭਰਾਵਾਂ ਵਾਂਗੂ ਟੱਬਰਾਂ 'ਚ ਰਹਿੰਦੇ। ਬਿਸ਼ਤ ਬਣਿਆ ਹੋਇਆ ਪਿੰਡ ਸਾਡਾ। ਮੇਰਾ ਅਖੀਰਲਾ ਸਵਾਲ ਆ, ਅਸੀਂ ਸਾਰੇ ਸਫ਼ਰ 'ਚ ਹਾਂ, ਸਾਨੂੰ ਐਂ ਲੱਗਦਾ ਕਿ ਫਲਾਣਾ ਬੰਦਾ ਸਾਡੇ ਨਾਲ ਜੁੜ ਗਿਆ ਆ ਕੇ, ਫਲਾਣੇ ਨੂੰ ਅਸੀਂ ਆਪਣੇ ਨਾਲ ਜੋੜ ਲਿਆ, ਪਰ ਕਿਤੇ ਨਾ ਕਿਤੇ ਤੁਹਾਨੂੰ ਐਂ ਲੱਗਦਾ ਕਿ ਤੁਹਾਡੇ ਕੋਈ ਪੁਰਾਣੇ ਸੰਬੰਧ ਵੀ ਸੀਗੇ ਆਪਸ ਦੇ ਵਿੱਚ, ਜਿਹੜੇ ਅੱਜ ਇਸ ਜਨਮ 'ਚ ਆ ਕੇ ਹੁਣ ਆ ਕੇ ਮੇਲ ਹੋਏ ਨੇ ਤੁਹਾਡੇ ਤੇ ਧਨੰਜੇ ਦੇ ਆਪਸ 'ਚ? ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ, ਕੋਈ ਬੜੀ ਗੱਲ ਨਹੀਂ ਹੈ। ਕਿ ਕਿਉਂਕਿ ਸਾਡੀ ਜਿਹੜੀ ਸੰਸਕ੍ਰਿਤੀ ਹੈ, ਮੈਂ ਤਾਂ ਇਹਦੇ 'ਚ ਬਹੁਤਾ ਬਿਲੀਵ ਨਹੀਂ ਕਰਦਾ, ਪਰ ਸੰਸਕ੍ਰਿਤੀ ਤਾਂ ਇਹ ਕਹਿੰਦੇ ਨੇ ਵੀ ਜਨਮ ਜਨਮ ਚੱਲਦਾ। ਇਹ ਵੀ ਉਹ ਇੱਕ ਮੈਂ ਮਿਸਾਲ ਦਿੰਦਾ ਤੁਹਾਨੂੰ। ਇੱਕ ਬੀਬੀ ਮੰਦਰ ਨੂੰ ਜਾਣ ਲੱਗੀ ਤਿਆਰ ਹੋ ਕੇ, ਉਹਦੇ ਘਰ ਵਾਲਾ ਆ ਗਿਆ। ਉਹ ਕਹਿੰਦਾ ਮੂੰਹ ਕਿੱਧਰ ਨੂੰ ਚੱਕਿਆ? ਉਹ ਕਹਿੰਦੀ ਮੈਂ ਮੰਦਰ ਚੱਲੀਆਂ, ਉੱਥੇ ਸੁਣਿਆ ਰੱਬ ਹੈ ਔਰ ਜੋੜੀਆਂ ਰੱਬ ਬਣਾਉਂਦਾ। ਮੈਂ ਉਸ ਕੰਜਰ ਤੋਂ ਪੁੱਛਣ ਚੱਲਿਆ ਵੀ ਇਹ ਮੇਰੀ ਜੋੜੀ ਤੈਂ ਬਣਾਈ ਸੀ?
ਔਰ ਕਹਿੰਦੀ ਨਾਲ ਇਹ ਵੀ ਕਹਿੰਦੇ ਨੇ ਵੀ ਜਨਮ ਦੀਆਂ ਜੋੜੀਆਂ ਨੇ, ਕਹਿੰਦੀ ਵੀ ਆਹੀ ਜਨਮ ਰਹਿਣ ਦੇ ਗਾਹ ਨਾ ਮੇਰਾ ਲਾਈ। ਸੋ ਇਹੋ ਜਿਹੇ ਹਾਲਾਤ ਨੇ ਪਿੰਡਾਂ 'ਚ। ਤੁਸੀਂ ਤਾਂ ਆਪਸ 'ਚ ਬੜੀ ਮੁਹੱਬਤ ਰੱਖਦੇ ਹੋ। ਅਸੀਂ ਤਾਂ ਇੱਕ ਹਾਂ ਸ਼ੁਰੂ ਤੋਂ। ਅੱਜ ਤੋਂ 60 ਸਾਲ ਪਹਿਲਾਂ ਮੁੰਡਿਓ, ਤੁਹਾਨੂੰ ਸ਼ਾਇਦ ਨਹੀਂ ਪਤਾ, ਸਾਡੀ ਲਵ ਮੈਰਿਜ ਹੈ। ਜਦੋਂ ਸਤਿ ਸ੍ਰੀ ਅਕਾਲ ਬੁਲਾਉਣ ਨੂੰ 6 ਮਹੀਨੇ ਲੱਗ ਜਾਂਦੇ ਸੀ, ਔਰ ਉਹ ਸਫ਼ਰ ਤੈਅ ਕਰਦੇ ਹੋਏ ਅੱਜ ਵੀ ਗੁਲਾਬੋ ਕਹਿ ਕੇ ਬੁਲਾਉਣਾ ਮੈਂ। ਔਰ ਕਦੇ ਸੂਟ ਵੀ ਸੁਖਣਾ ਗੁਲਾਬੀ ਪਾਇਆ ਅੱਜ। ਹਾਂ, ਨਹੀਂ ਹੈਗੀ ਗੁਲਾਬੋ। ਆਂਟੀ ਪਰ ਅੰਕਲ ਉਹ ਜਿਹੜੇ ਕਹਿੰਦੇ ਜਦੋਂ ਥੀਏਟਰ 'ਚ ਕਰਦੇ ਹੁੰਦੇ ਸੀ ਤੁਸੀਂ, ਅੰਕਲ ਕਹਿੰਦੇ ਉਹ ਪੁਰਾਣੀ ਹੀਰ ਜਿਹੜੀ ਹੈਗੀ ਮੈਂ ਉਹਨੂੰ ਭੁੱਲਿਆ ਨਹੀਂ ਅੱਜ ਤੱਕ। ਇਹ ਕਹਿੰਦੇ ਨੇ ਭੁੱਲਿਆ ਨਹੀਂ, ਤੁਸੀਂ ਕਹਿੰਦੇ ਭੁੱਲਿਆ ਨਹੀਂ। ਮੈਂ ਤਾਂ ਇਹਦੇ 'ਚੋਂ ਹੀਰ ਦੇਖਦਾ। ਬਦਲ ਗਏ। ਇਹੀ ਸਵਾਲ ਤੁਹਾਡੇ ਕੋਲੋਂ ਹੈ, ਲੱਗਦਾ ਪੁਰਾਣਾ ਕੁਝ ਹੈਗਾ ਤਾਲੁਕਾਤ। ਬਿਲਕੁਲ, ਕਿਉਂਕਿ ਮੈਂ ਸ਼ਾਇਦ ਮੈਂ ਬਿਲੀਵ ਕਰਦੀ ਹਾਂ ਕਿ ਸੋਲ ਨੈਵਰ ਡਾਈ, ਆਤਮਾ ਕਦੀ ਮਰਦੀ ਨਹੀਂ ਹੈ। ਬਿਕੋਜ਼ ਉਹ એનર્ਜੀ ਹੈ, ਪਾਵਰ ਹੈ ਇਸ ਪੂਰੇ ਬ੍ਰਹਮਾਂਡ 'ਚ ਘੁੰਮਦੀ ਹੈ। ਉਹ ਜਦੋਂ ਸੋਲ ਨੈਵਰ ਡਾਈ ਹੈ ਤਾਂ ਫਿਰ ਕਿਤੇ ਨਾ ਕਿਤੇ ਉਹ ਘੁੰਮ ਫਿਰ ਕੇ ਆਪਣੀ ਥਾਂ ਉਹ ਲੱਭ ਲੈਂਦੀ ਹੈ ਜਿੱਥੇ ਉਹਨੂੰ ਜਾਣਾ ਚਾਹੀਦਾ। ਹਮ ਲੋਕ ਅਸੀਂ ਗੱਲ ਕਰਦੇ ਹਾਂ ਨਾ, ਨਦੀ ਕਿੰਨੇ ਕਿਲੋਮੀਟਰ, ਕਿੰਨੇ ਸੈਂਕੜੋਂ ਕਿਲੋਮੀਟਰ ਰਾਤ ਤੈਅ ਕਰਦੀ ਜਾਣਾ ਕਿੱਥੇ ਹੁੰਦਾ? ਸਮੁੰਦਰ ਵਿੱਚ। ਉਹਨਾਂ ਨੂੰ ਪਤਾ ਰਸਤਾ ਮੇਰਾ ਸਮੁੰਦਰ ਹੀ ਹੈ। ਤੇ ਇੱਕ ਸੈਲਮਨ ਮਛਲੀ ਕੈਨੇਡਾ 'ਚ ਹੁੰਦੀ ਹੈ, ਜਦੋਂ ਆਪਣੇ ਜਿੱਥੇ ਉਹ ਪੈਦਾ ਹੁੰਦੀ ਹੈ ਉੱਥੇ ਹੀ ਜਾ ਕੇ ਉਹ ਮਰਦੀ ਵੀ ਹੈ। ਹਾਂਜੀ, ਸੈਲਮਨ ਮਛਲੀ, ਉਹ ਗ੍ਰਿਜਲੀ ਭਾਲੂ ਉਹਨਾਂ ਨੂੰ ਖਾਂਦੇ। ਉਹਦਾ ਰਸਤਾ ਕਿਹੜਾ ਹੈ? ਔਡ ਹੁੰਦਾ। ਉਹ ਨਦੀ ਦੇ ਵਿਪਰੀਤ ਚੱਲਦੀ ਹੈ, ਉੱਪਰ ਨੂੰ ਚੱਲਦੀ ਹੈ। ਤੇ ਜਦੋਂ ਉਹ ਆਪਣੇ ਗੰਤਵਯ ਸਥਾਨ ਜਿੱਥੇ ਉਹ ਪੈਦਾ ਹੁੰਦੀ, ਜਿੱਥੇ ਉਹਦੇ ਉੱਥੇ ਜਾ ਕੇ ਅੰਡੇ ਦੇ ਕੇ ਉਹ ਮਰ ਜਾਂਦੀ ਹੈ। ਸੋ ਇਹ ਨਾ ਚੀਜ਼ਾਂ, ਕਈ ਚੀਜ਼ਾਂ ਸਾਇੰਸ ਤੋਂ ਵੀ ਉੱਪਰ ਹੈ। ਮਤਲਬ ਸਾਨੂੰ ਸਮਝ ਨਹੀਂ ਆਉਂਦਾ ਹੁੰਦਾ ਕਿਉਂ ਇਹ। ਜਿਸ ਤਰ੍ਹਾਂ ਟ੍ਰਾਂਜੀਸ਼ਨ ਹੈ ਸਾਡਾ, ਸਾਨੂੰ ਦੁਨੀਆ ਨੂੰ ਕਿਸੇ ਨਹੀਂ ਪਤਾ। ਮੈਂ MBBS 'ਚ ਪੜ੍ਹਾਈ 'ਚ ਨਹੀਂ ਹੁੰਦਾ ਇਹ, ਲੇਕਿਨ ਹੁਣ ਸੁਪਰੀਮ ਕੋਰਟ ਨੇ, ਮਦਰਾਸ ਹਾਈ ਕੋਰਟ ਨੇ ਕਿਹਾ ਕਿ ਇਹ ਪੜ੍ਹਾਈ ਦਾ ਹਿੱਸਾ ਬਣਾਉਣਾ ਜ਼ਰੂਰੀ ਹੈ, ਕਿਉਂਕਿ ਇਸ ਦੇ ਕਰਕੇ ਹਜ਼ਾਰਾਂ ਲੱਖਾਂ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਹਨ। ਜਿਹੜੀ ਕਮਿਊਨਿਟੀ ਹੈ ਸਾਰੀ ਪਰੇਸ਼ਾਨ ਹੋ ਰਹੀ, ਸਿਰਫ ਇਸ ਕਰਕੇ ਅੰਗਰੇਜ਼ਾਂ ਨੇ ਕਿਹਾ ਕਿ ਇਹ ਜਿਹੜੇ ਸੰਸਾਰ ਹੈ ਬਾਈਨਰੀ ਹੈ। ਬਟ ਸਾਡਾ ਇੰਡੀਅਨ ਸਿਸਟਮ ਕਦੀ ਵੀ ਬਾਈਨਰੀ ਨਹੀਂ ਰਿਹਾ ਹੈ। ਅਸੀਂ ਹਮੇਸ਼ਾ ਬਹੁਲਿੰਗੀ ਸਮਾਜ ਦੀ ਕਲਪਨਾ ਕੀਤੀ ਹੈ। ਨਰ, ਨਾਰੀ ਔਰ ਤ੍ਰਿਤੀय ਪ੍ਰਕਿਰਤੀ, ਤੀਸਰੀ ਪ੍ਰਕਿਰਤੀ ਵੀ ਹੁੰਦੀ ਹੈ। ਜਿਸ ਤਰ੍ਹਾਂ ਦਿਨ ਹੁੰਦਾ, ਰਾਤ ਹੁੰਦੀ ਹੈ, ਤਾਂ ਸੰਧਿਆ ਵੀ ਹੁੰਦੀ ਹੈ, ਸ਼ਾਮ ਵੀ ਹੁੰਦੀ ਹੈ। ਸ਼ਾਮ ਦੋਨੋਂ ਦੇ ਕੰਬੀਨੇਸ਼ਨ ਨਾਲ ਬਣਦੀ ਹੈ। ਇਸ ਕਰਕੇ ਅਸੀਂ ਸੰਧਿਆ ਹੈ, ਅਸੀਂ ਸ਼ਾਮ ਹੈ, ਅਸੀਂ ਦੋਨੋਂ ਦੇ ਕੰਬੀਨੇਸ਼ਨ ਨਾਲ ਬਣੇ, ਮਰਦ ਔਰ ਔਰਤ ਕੇ। ਸੋ ਹਰ ਚੀਜ਼ ਦਾ ਇੱਕ ਇੰਪੋਰਟੈਂਸ ਹੈ, ਹਰ ਚੀਜ਼ ਦੀ ਔਰ ਸਿਰਫ ਇਹ ਇਨਸਾਨ ਵਿੱਚ ਥਰਡ ਜੈਂਡਰ ਨਹੀਂ ਹੁੰਦਾ, ਇਹ ਹਰ ਸਪੀਸ਼ੀਜ਼ ਵਿੱਚ। ਚਾਹੇ ਤੁਸੀਂ ਬੋਟਨੀ ਵਾਲਿਆਂ ਨੂੰ ਪੁੱਛ ਲਓ, ਜਾਂ ਤੁਸੀਂ ਐਨੀਮਲ ਜਿਹੜੀ ਬਾਇਓਲੋਜੀਕਲ, ਜਾਂ ਤੁਸੀਂ ਮਰੀਨ ਲਾਈਫ ਵਾਲਿਆਂ ਨੂੰ ਪੁੱਛ ਲਓ, ਸਾਰੇ ਜੀਵਾਂ ਵਿੱਚ ਥਰਡ ਜੈਂਡਰ ਹੁੰਦਾ ਹੈ। ਸੋ ਇਹ ਸਨਾਤਨ ਰਿਹਾ ਹਮੇਸ਼ਾ, ਸ਼ੁਰੂ ਤੋਂ ਲੈ ਕੇ ਅੱਜ ਤੱਕ, ਔਰ ਅਸੀਂ ਹਮੇਸ਼ਾ ਰਹਾਂਗੇ ਸਮਾਜ ਸਾਹਿਬ। ਭਾਵੇਂ ਸਾਨੂੰ ਸਮਾਜ ਬਾਹਰ ਵੀ ਕੱਢ ਦੇਗਾ, ਤਾਂ ਵੀ ਕੁਦਰਤ ਸਾਨੂੰ ਇਸ ਦੁਨੀਆ ਵਿੱਚ, ਇਸ ਸੰਸਾਰ ਵਿੱਚ ਜੀਵਿਤ ਰੱਖੇਗੀ। ਸਾਨੂੰ ਲੋਕ ਸੋਚਦੇ ਕਿ ਕੁੱਖਾਂ 'ਚ ਮਾਰ ਦੇਣ, ਲੇਕਿਨ ਤੁਸੀਂ ਲੱਭੋਗੇ ਜਿਸ ਤਰ੍ਹਾਂ ਆਤਮਾ ਨੂੰ ਨਹੀਂ ਲੱਭਦੇ, ਉਸ ਤਰ੍ਹਾਂ ਜੈਂਡਰ ਨੂੰ ਵੀ ਨਹੀਂ ਲੱਭਦੇ। ਜੈਂਡਰ ਜਿਹੜਾ ਹੁੰਦਾ ਦਿਮਾਗ 'ਚ ਹੁੰਦਾ। ਜੈਂਡਰ ਇਜ਼ ਨਾਟ ਇਨ ਬਿਟਵੀਨ ਟੂ ਲੈਗਸ, ਜੈਂਡਰ ਇਜ਼ ਇਨ ਬਿਟਵੀਨ ਆਫ 2 ਈਅਰਸ। ਅੱਛਾ ਧਨੰਜੇ, ਤੁਹਾਡੀ ਦੋਵਾਂ ਦੀ ਉਮਰ ਕੀ ਹੈ? ਮੇਰੇ ਤੋਂ ਬਹੁਤ ਛੋਟੇ ਹੈ। ਕਿੰਨੇ? 51-2 ਹੈ, ਇਹ 32 ਹੈ। ਤੁਹਾਡੀ 32 ਸਾਲ ਉਮਰ ਹੈ, ਇਹਨਾਂ ਦੀ 51 ਸਾਲ। ਸੋ ਮੈਂ ਜਾਵਾਂ ਇਸ਼ਕ ਮੁਹੱਬਤ ਵੈਸੇ ਦੇਖਦਾ, इश्क दा कहते हैं मोहब्बत वो जज्बा जो मोहब्बत एक ऐसा जज्बा है जो सिर्फ निगाहों से बयां होता है। सो ये दिलों की बात है। जो कहते हैं ना कि गालिब का है, जब के तुझ बिन नहीं कोई मौजूद, जब के तुझ बिन नहीं कोई मौजूद, फिर ये हंगामा ऐ खुदा क्या है, जान तुम पर निसार करता हूँ, जान तुम पर निसार करता हूँ, मैं नहीं जानता वफा क्या है, दिल नादान तुझे हुआ क्या है,
आखिर इस दर्द की दवा क्या है। ये दुनिया के लिए बहुत सारा मजाक या समझ लो कोताहल हो, सारे दुनिया ਵਿੱਚ ਚਰਚਾ ਦਾ ਵਿਸ਼ਾ ਹੈ, ਪਰ ਸਾਨੂੰ ਤਾਂ ਇਹ ਸਾਡੀ ਲਾਈਫ ਹੈ, ਸਾਡੀ ਜ਼ਿੰਦਗੀ ਹੈ। ਅਸੀਂ ਇਸ ਜ਼ਿੰਦਗੀ ਵਿੱਚ ਬਹੁਤ ਸਾਰੀ ਅੱਛੀ ਵੀ ਚੀਜ਼ਾਂ ਆਉਂਦੀਆਂ, ਬੁਰੀ ਵੀ ਆਉਂਦੀਆਂ, ਬਟ ਅਸੀਂ ਚੱਲੀ ਜਾਂਦੇ ਹਾਂ। ਹੁਣ सुकून ਦੇ दिन है, ये भी साड़ी ज़िंदगी का पार्ट है। हम लोग बोलते हैं शांति ढूंढते हैं इस उम्र, इंसान अपनी ज़िंदगी में शांति ढूंढता है, लेकिन शांति मौत का नाम है। ज़िंदगी का नाम हलचल है ना। ज़िंदगी में जियो, जितना ज़्यादा थपेड़े खाओगे वो थपेड़े हमारी यूनिवर्सिटी बनती रहती हैं, वही हमारी डिग्रियां हैं। PhD करके डिग्री प्राप्त करके कुछ बड़ी बात नहीं होती। हमारी ज़िंदगी डिग्री है, हमारी ज़िंदगियों ने PhD करवा ली हमें। और मेरे पास तो कितने सारे लोग आते हैं PhD करने, लोग सिर्फ कम्युनिटी के बारे में समझ नहीं है। कितने लोगों मैंने PhD करवा ली होगी बिना प्रोफेसरशिप होके। फिर मैं बहुत सारी कॉलेजेस में जाती हूँ लेक्चर देने। अभी लॉ यूनिवर्सिटी में जाना मुझे, पटियाला से आगे लॉ यूनिवर्सिटी है। सो सारी जगह जम्मू यूनिवर्सिटी है, आगरा यूनिवर्सिटी, भोपाल यूनिवर्सिटी है, दिल्ली यूनिवर्सिटी है, किन्नी यूनिवर्सिटी लेक्चर देने जाते हैं। बस ये कि सानू लोग रिकोगनाइज़ नहीं करते, साढ़े तो ले जरूर ले लेंगे सारी खूबियाँ, सारे लेक्चर सारे सुन लेंगे, बट सानू वो तमगा नहीं देंगे प्रोफैसर वाला। मैं यूनिवर्सिटी जॉब करी सी, कहता धनंजय तुसी साढ़े तो एक भी असी प्रोफैसर हैं, लेकिन साड़ी नॉलेज और तुहाडी नॉलेज बराबर है, इक्वली है। हो सकता असी घੱਟ जानते हैं, सो तुसी साढ़े तो ज़्यादा जानते हो। असी ताई तो तुहाडे तो पुछी जा रहे बार बार तां लिख रहे हैं। इट मीनस तुसी साढ़े तो ज़्यादा जानते हो। सो ये बस रिकोगनाइजेशन है। जिस तरह सुप्रीम कोर्ट ने 15 अप्रैल 2014 सानू रिकोगनाइज़ किया थर्ड जेंडर, रिकोगनाइज़ किया, बनाया नहीं। क्योंकि वेद विच ऋग्वेद विच लिखा विकृतिम एवं प्रकृतिम, जो हमें अप्रकृतिक। ਸਾਡੇ ਵਾਲੇ ਤਾਂ ਵੇਦ ਵੀ ਨਹੀਂ ਨਾ ਪੜਦੇ, ਵੇਦ ਹੀ ਪੜ ਲੈਣ, ਆਪਦਾ ਧਰਮ ਹੀ ਪੜ ਲੈਣ। हाँ, विकृतिम एवं प्रकृतिम मतलब हाँ, वॉट सीम्स अननेचुरल इज़ ऑल्सो नेचुरल। जो हमें अप्राकृतिक दिखाई देता है, टेढ़ा है पेड़ और ये पेड़ टेढ़े हैं, यही फल देते हैं। हम कल बात कर रहे थे, फल लगे हैं पेड़ों पे और टेढ़े हो गए, झुक गए। जो झुकता है वही देता है, और हम टेढ़े हैं। जो सीधा है ना सफ़ेदे का पेड़, वो कुछ नहीं देता, इसलिए हम टेढ़े हैं। तो इसका मतलब हम लोग सबको, औरतों को भी मर्दों को भी, हम इतने लोग मेरे पास आते हैं जो जिनके दिल टूटे होते हैं, वो मेरे पास आते हैं कि धनंजय आप हमें समझ सकते हो, हमें बताओ कैसे हम लोग इस ज़िंदगी को आगे बढ़ाएं। आप लोग इतने संघर्ष करने के बावजूद इतना खुश हो। सो बस दुनिया को यही कहूँगी कि मैं सब लोग खुश रहें, अपनी ज़िंदगी जैसे ही परमात्मा ने दिया है, जो भी उसको उनको दिया है, फील प्राउड। मुझे दुनिया लोग बोलते हैं कि तुम्हें परमात्मा करे अगले जन्म में किन्नर ना बनाए या ट्रांसजेंडर ना बनाए। मैं कहती क्यों, मैं ये कहती हूँ भगवान करे मुझे हर जन्म में किन्नर ही बनाए, बिकॉज मैं प्राउड फील करती हूँ अपने जेंडर का। मुझे कोई दुख नहीं है कि मुझे ये मेरी प्रॉब्लम नहीं है, समाज की प्रॉब्लम है। आई एम इन राइट जेंडर बट इन रॉन्ग वर्ल्ड। सो आई एम परफेक्ट, मुझे तो कोई प्रॉब्लम नहीं है, मुझे कोई बीमारी नहीं है। बीमारी कहाँ, दुनिया की सोच में है। और जो ट्रांसफोबिया है ये बीमारी है। जो फोबिया होता है ना कि ये लोग हमसे नफरत करते, वो बीमारी है। इसलिए दुनिया को किसी को नफरत नहीं करनी चाहिए, लोग सारिਆਂ ਨੂੰ प्यार करना चाहिए एंड सारिਆਂ ਨੂੰ ਇੱਕ जो है समझना चाहिए। कोई भी इंसान आगे बढ़ सकता, प्रधानमंत्री बन सकता। दुनिया 'ਚ बड़े बड़े राजा महाराजे भी ट्रांसजेंडर रहे हैं, है ना। ਸਵਾਦ ਆ ਰਿਹਾ ਜੀ ਜ਼ਿੰਦਗੀ ਦਾ, ਪੂਰਾ ਆਨੰਦ ਆ। ਬਿਲਕੁਲ ਐਨ ਸਵਾਦ ਆ, ਹਾਂ ਚੜ੍ਹਦੀ ਕਲਾ। ਔਰ ਉਮੀਦ ਹੈ ਪੂਰੀ ਵੀ ਲੋਕਾਂ ਨੂੰ ਵੀ ਸਮਝ ਆਊ, ਮਾੜੀ ਮੋਟੀ ਚੇਂਜ ਆਊਗੀ। ਇਹ ਚੇਂਜ ਲੈ ਕੇ ਚੱਲਿਆ, ਔਰ 5-10 ਸਾਲ ਸਾਡੀ ਉਮਰ ਵੀ ਵਧੂਗੀ ਇਸ ਗੱਲ ਨਾਲ। क्योंकि मैं तो सरकारों ने हमेशा ही कहना होना भी सरकारें हमें जीने नहीं देती, आप हमें मरने नहीं देते। और इसलिए जे सानू 10 बंदे भी, 10 पिंड भी, 10 इलाके भी, हिंदुस्तान एक इहो जिहा कल्ला मुल्क है जिन्होंने कॉन्स्टिट्यूशन लागू होने तो बाद 2014 तक इन्हों हिंदुस्तान के शहरी नहीं समझा। जबकि बाहरले मुल्कों च पैदा होंदा बच्चा, ਉਸੇ ਵੇਲੇ ਉਹਦੇ ਪੇਪਰ ਬਣ ਜਾਂਦੇ ਨੇ। ਇਹ ਨਹੀਂ ਦੇਖਦੇ ਤਾਂ ਜੈਂਡਰ ਕੀ ਹੈ ਤਾਂ ਕੀ ਹੈ। ਉਸ ਮੁਲਕ ਦਾ ਲੋਕੀ ਹਿੰਦੁਸਤਾਨ ਚੋਂ ਪ੍ਰੈਗਨੈਂਟ ਆਪਣੀਆਂ ਦੋਵਾਂ ਭੈਣਾਂ ਨੂੰ ਇੰਗਲੈਂਡ, ਅਮਰੀਕਾ, ਕੈਨੇਡਾ ਲੈ ਕੇ ਜਾਂਦੇ ਨੇ ਤਾਂ ਕਿ ਉੱਥੇ ਉਹਨਾਂ ਦੀ ਡਿਲੀਵਰੀ ਹੋਵੇ।
ਉੱਥੇ ਕਾਗਜ਼ ਉਸੇ ਵੇਲੇ ਉਹਨਾਂ ਦਾ ਪਾਸਪੋਰਟ ਬੱਚਿਆਂ ਦਾ ਕਾਗਜ਼ ਬਣ ਕੇ ਆ ਜਾਂਦੇ ਨੇ ਵੀ ਉੱਥੋਂ ਦੇ ਉਹ ਸ਼ਹਿਰੀ ਨੇ। 18 ਸਾਲ ਦੀ ਉਮਰ ਤੋਂ ਬਾਅਦ ਉਹਨਾਂ ਨੂੰ ਪੂਰੀ ਛੁੱਟੀ ਹੁੰਦੀ ਹੈ, ਇੱਧਰ ਰਹਿਣ ਜਾਂ ਉੱਧਰ ਰਹਿਣ। ਇਹਨਾਂ ਨੂੰ 2014 ਤੱਕ ਸ਼ਹਿਰੀ ਵੀ ਨਹੀਂ ਸਮਝਿਆ ਵੀ ਸੁਪਰੀਮ ਕੋਰਟ ਨੇ ਕਿਹਾ ਵੀ ਇਹਨਾਂ ਨੂੰ ਵੋਟ ਦਾ ਅਧਿਕਾਰ ਹੈ, ਬਾਕੀ ਅਧਿਕਾਰ ਅਜੇ ਵੀ ਲਟਕਦੇ ਰਹੋਗੇ। ਪਰਮਾਤਮਾ ਉਹਨਾਂ ਨੂੰ ਬੁੱਧੀ ਬਖਸ਼ੇ। ਜਿਹੜੇ ਲੋਕਾਂ ਨੂੰ ਇਹ ਕਹਿੰਦੇ ਨੇ ਅਸੀਂ ਹਿੰਦੁਸਤਾਨ ਨੂੰ ਸੋਨੇ ਦੀ ਚਿੜੀਆ ਬਣਾਵਾਂਗੇ, ਇਹ ਤਾਂ ਹਿੰਦੁਸਤਾਨ ਨੂੰ ਡੋਬਣ ਤੇ ਲੱਗੇ ਹੋਣੇ। ਪਰਮਾਤਮਾ ਇਹਨਾਂ ਨੂੰ ਸਮਖਤ ਬਖਸ਼, ਕਿਸੇ ਇੱਕ ਪਾਸੇ ਆਉਣ, ਔਰ ਲੋਕਾਂ ਨੂੰ ਵੀ ਅਕਲ ਬਖਸ਼। ਜਿਹੜੇ ਮੁੱਦੇ ਛੱਡ ਕੇ ਉਹਨਾਂ ਦੇ ਮਗਰ ਲੱਗ ਕੇ ਹਿੰਦੂ ਮੁਸਲਮਾਨ ਫਸਾਦ ਇਹਦੇ 'ਚ ਲੱਗੇ ਹੋਏ ਨੇ, ਛੱਡ ਕੇ ਅਸਲੀ ਆਪਣੀਆਂ ਤਕਲੀਫਾਂ ਨੂੰ ਸਮਝਣ ਔਰ ਇਹਦਾ ਹੱਲ ਨਿਕਲੇ। ਉਹ ਕਹੇ ਸ਼ਾਇਰ ਨੇ ਕਿਹਾ ਕਿ ਕਸ਼ਤੀਆਂ ਸਾਰਿਆਂ ਦੀਆਂ ਕਿਨਾਰਿਆਂ ਤੇ ਲੱਗ ਹੀ ਜਾਂਦੀਆਂ ਨੇ, ਨਾ ਖੁਦਾ ਜਿਹਨਾਂ ਦਾ ਨਹੀਂ ਹੁੰਦਾ ਉਹਨਾਂ ਦਾ ਖੁਦਾ ਹੁੰਦਾ, ਨਾ ਖੁਦਾ ਸੇਲਰ ਨੂੰ ਕਹਿੰਦੇ ਮਲਾਹ ਨੂੰ ਕਹਿੰਦੇ ਆ। ਇਨਸਾਨ ਬਣੋ, ਇਨਸਾਨ ਬਣੋਗੇ ਤਾਂ ਸਮਾਜ ਦੀ ਵੀ ਤਰੱਕੀ ਹੋਏਗੀ। ਕੈਮਰੇ ਦੇ ਸਾਥ ਦੇ ਸੀਗੇ ਸੁਖਵਿੰਦਰ ਮੈਲੰਕੇਸ਼ ਤਰਖਾ, ਰੋਜ਼ਾਨਾ ਸਪੋਕਸਮੈਨ ਦੇ ਲਈ।